ਕਦੇ ਵੀ ਕੋਈ ਮੇਲ ਪਰਸਨ ਨਹੀਂ ਚਾਹੂਗਾ ਕਿ ਫੀਮੇਲ ਸਾਡੇ ਤੋਂ ਅਗਾਂਹ ਜਾਵੇ ਤੇ ਇਹ ਕੋਸ਼ਿਸ਼ ਹਰ ਇੱਕ ਦੀ ਹੁੰਦੀ ਹੈ ਕਿ ਕੋਈ ਵੀ ਕੇਸ ਲੱਗਾ ਚਾਹੇ ਉਹ ਮੇਲ ਫੀਮੇਲ ਹੀ ਫੀਮੇਲ ਨੂੰ ਅੱਗੇ ਨਹੀਂ ਜਾਣ ਦੇਣਾ ਚਾਹੁੰਦੀ। ਪਰ ਮੈਂ ਉਹੀ ਕਹਿੰਦੀ ਹਾਂ ਕਿ ਅਗਰ ਆਪਾਂ ਜੱਜ ਵੀ ਬਣਦੇ ਆ, ਜਜਮੈਂਟ ਦੇਣ ਬੈਠਦੇ ਆ, ਸਾਨੂੰ ਐਟਲੀਸਟ ਜੇ ਦੁਨੀਆਦਾਰੀ ਦਾ ਨਹੀਂ ਤਾਂ ਰੱਬ ਦਾ ਖਿਆਲ ਜ਼ਰੂਰ ਰੱਖਣਾ ਚਾਹੀਦਾ ਹੈ ਕਿ ਤੁਸੀਂ ਕਿਸੇ ਗਰੀਬ ਨਾਲ ਧੱਕਾ ਕਰ ਰਹੇ ਹੋ। ਤੇ ਕਈ ਵਾਰੀ ਮਤਲਬ ਹਿਚਕਚਾਉਣਾ ਗੱਲ ਕਰਨ ਨਾਲੋਂ ਵੀ ਕਿ ਅਗਲਾ ਬੰਦਾ ਸਾਡੇ ਨਾਲ ਗੱਲ ਕਰੇ ਨਾ ਕਰੇ ਕੋਈ ਪਤਾ ਨਹੀਂ ਹੈ। ਤੇ ਇੱਦਾਂ ਹੁੰਦਾ ਵੀ ਰਿਹਾ ਕਿ ਜਿਨ੍ਹਾਂ ਨੂੰ ਪਤਾ ਲੱਗਦਾ ਰਿਹਾ ਕਿ ਇਹ ਪਿੰਡ ਤੋਂ ਆਈ ਹੋਈ ਹੈ, ਉਹ ਮੋਸਟਲੀ ਮੈਂ ਇੱਕ ਅਲੱਗ ਡੈਸਕ 'ਤੇ ਬੈਠਦੀ ਹੁੰਦੀ ਸੀ, ਉਹ ਅਲੱਗ ਬੈਠਦੇ ਹੁੰਦੇ ਸੀ ਤੇ ਮੈਨੂੰ ਆਪਣੇ ਆਪ 'ਚ ਗਿਲਟੀ ਮਹਿਸੂਸ ਹੁੰਦੀ ਸੀਗੀ ਕਿ ਇਹ ਵਿਤਕਰਾ ਆ। ਬਹੁਤ ਵਾਰੀ ਇੱਦਾਂ ਹੋਇਆ ਕਿ ਨੀਵਾਂ ਦਿਖਾਇਆ ਗਿਆ ਕਿ ਇਹ ਪੇਂਡੂ ਜੀ ਹੈ, ਇਹਨੂੰ ਕੀ ਪਤਾ ਆ। ਜਿੱਦਾਂ ਹੁਣ ਸਾਡੇ ਸਕੂਲਾਂ ਦੇ ਵਿੱਚ ਕੋਈ ਫੈਸਟੀਵਲ ਹੋਣਾ, ਕੋਈ ਕੰਪੀਟੀਸ਼ਨ ਹੋਣੇ ਤੇ ਕੁੜੀਆਂ ਨੇ ਮਤਲਬ ਕੋਣੀਆਂ ਮਾਰ ਦੇਣੀਆਂ ਕਿ ਇਹਨੂੰ ਪਿੱਛੇ ਕਰ ਦਿਓ, ਜਾਂ ਟੀਚਰਸ ਨੇ ਹੀ ਇਹ ਚੀਜ਼ ਦਾ ਡਿਸਕ੍ਰਿਮੀਨੇਸ਼ਨ ਕਰ ਦੇਣਾ ਕਿ ਨਹੀਂ ਇਹਨੂੰ ਨਹੀਂ ਆਉਂਦੇ ਨਾ। ਜਿੱਦਾਂ ਟੀਚਰਸ ਦੇ ਬੱਚੇ ਹੁੰਦੇ ਸੀ ਉਹਨਾਂ ਨੂੰ ਅਗਾਂਹ ਲੈ ਆਉਣਾ। ਸਟਾਰਟਿੰਗ ਦੇ ਵਿੱਚ ਤਾਂ ਜਿੱਦਾਂ ਸਕੂਲ ਚੇਂਜ ਕੀਤਾ, ਇੱਥੇ ਦਾ ਜਿਹੜੇ ਸ਼ਹਿਰੀ ਲੋਕ ਉਹਨਾਂ ਦਾ ਰਹਿਣਾ ਸਹਿਣਾ ਵੀ ਬਹੁਤ ਡਿਫਰੈਂਟ ਹੁੰਦਾ ਆ। ਇਹਨਾਂ ਚੀਜ਼ਾਂ ਦੇ ਵਿੱਚ ਬਹੁਤ ਹੈਜ਼ੀਟੇਸ਼ਨ ਫੀਲ ਹੁੰਦੀ ਸੀਗੀ ਕਿ ਅਸੀਂ ਇਹਨਾਂ ਦੇ ਸਾਹਮਣੇ ਕੁਝ ਵੀ ਨਹੀਂ ਆ। ਮੈਂ ਕਈ ਵਾਰ ਸੋਚਦੀ ਹੁੰਦੀ ਸੀ ਕਿ ਮੈਂ ਬਹੁਤ ਵੱਡੀ ਗਲਤੀ ਕੀਤੀ ਹੈ ਕਿ ਮੈਂ ਆਪਣਾ ਪਿੰਡ ਛੱਡ ਕੇ ਆਈ ਹਾਂ। ਸਾਡੇ ਪਿੰਡ ਦੇ ਲੋਕ ਜਿਹੜੇ ਉਹ ਮਿਲਨਸਾਰ ਹੁੰਦੇ ਨੇ ਤੇ ਹਰ ਇੱਕ ਦੇ ਨਾਲ ਖੜਦੇ ਨੇ। ਕੋਈ ਵੀ ਫੀਲਡ ਹੈ, ਵਕਾਲਤ ਹੀ ਨਹੀਂ ਬਾਕੀ ਵੀ ਫੀਲਡਾਂ ਦੀ ਜੇ ਮੈਂ ਗੱਲ ਕਰਾਂ ਤੇ ਬੇਸ਼ੱਕ ਰਾਈਟਸ ਜਿਹੜੇ ਕੁੜੀਆਂ ਨੂੰ ਮਿਲੇ ਨੇ, ਬਰਾਬਰ ਦੇ ਰਾਈਟਸ ਮਿਲੇ ਨੇ, ਪਰ ਉਹ ਚੀਜ਼ਾਂ ਇਨ ਹਕੀਕਤ ਦੇ ਵਿੱਚ ਨਹੀਂ ਹੁੰਦੀਆਂ। ਕੋਈ ਵੀ ਜਿਹੜਾ ਇੱਕ ਕਹਿ ਲਓ ਮੈਂਟਲ ਸਾਡੀ ਸੋਚ ਬਣ ਚੁੱਕੀ ਹੋਈ ਹੈ, ਮੈਂਟੈਲਿਟੀ ਹੈ ਮੇਲ ਪਰਸਨ ਦੀ ਕਿ ਫੀਮੇਲ ਨੂੰ ਕਦੇ ਵੀ ਅਸੀਂ ਅਗਾਂਹ ਨਹੀਂ ਜਾਣ ਦੇਣਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰੋ ਸਨੇਹਾ ਟੀਵੀ। ਮੈਂ ਦਵਿੰਦਰ ਮੰਡ। ਜਿਵੇਂ ਤੁਹਾਨੂੰ ਪਤਾ ਕਿ ਹਰ ਵਾਰ ਇੱਕ ਨਵੇਂ ਚਿਹਰੇ ਦੇ ਨਾਲ ਤੁਹਾਨੂੰ ਰੂਬਰੂ ਕਰਦੇ ਹਾਂ। ਸੋ ਅੱਜ ਜਿਹੜੇ ਗੈਸਟ ਸਾਡੇ ਨਾਲ ਮੌਜੂਦ ਨੇ ਉਹਨਾਂ ਦਾ ਨਾਮ ਹੈ ਰਵਿੰਦਰ ਕੌਰ, ਐਡਵੋਕੇਟ ਰਵਿੰਦਰ ਕੌਰ, ਜੋ ਕਿ ਪੇਸ਼ੇ ਤੋਂ ਵਕੀਲ ਨੇ ਤੇ ਇਸ ਤੋਂ ਬਾਅਦ ਜਿਹੜੀ ਗੱਲ ਕੀਤੀ ਜਾਵੇ ਵਰਲਡ ਲੈਵਲ ਤੇ ਜਾ ਕੇ ਫਸਟ ਰਨਰ ਅਪ ਰਹੇ ਨੇ, ਮਿਸਿਸ ਪੰਜਾਬਣ ਰਹੇ ਨੇ। ਸੋ ਇਸ ਤੋਂ ਬਾਅਦ ਹੁਣ ਆਪਣੇ ਇੰਡੀਆ ਨੂੰ ਰਿਪਰੈਜ਼ੈਂਟ ਕਰਨ ਜਾ ਰਹੇ ਨੇ ਕੈਨੇਡਾ ਦੇ ਵਿੱਚ। ਸੋ ਸਾਰੀ ਗੱਲਬਾਤ ਕਰਾਂਗੇ ਕਿਉਂਕਿ ਇਹ ਚੀਜ਼ਾਂ ਅਚੀਵ ਕਰਨੀਆਂ ਬਹੁਤ ਸੌਖੀਆਂ ਨਹੀਂ ਕਹਿ ਸਕਦੇ, ਬਹੁਤ ਮੁਸ਼ਕਿਲਾਂ ਹੁੰਦੀਆਂ ਨੇ। ਸੋ ਕੀ ਇਹਨਾਂ ਦੇ ਲਾਈਫ ਦੇ ਵਿੱਚ ਮੁਸ਼ਕਿਲ ਆਈ ਆ, ਸਭ ਇਹਨਾਂ ਤੋਂ ਜਾਣਦੇ ਆ। ਮੈਮ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਸੋ ਮਚ। ਕੀ ਹਾਲ ਚਾਲ ਮੈਮ? ਬਹੁਤ ਵਧੀਆ, ਤੁਸੀਂ ਸੁਣਾਓ ਜੀ? ਜੀ ਠੀਕ ਠਾਕ। ਮੈਮ ਸਭ ਤੋਂ ਪਹਿਲਾਂ ਜਿਹੜੀ ਆਪਾਂ ਗੱਲਬਾਤ ਸ਼ੁਰੂ ਕਰਦੇ ਤੁਹਾਡੇ ਬਚਪਨ ਤੋਂ। ਪੇਸ਼ੇ ਤੋਂ ਤੁਸੀਂ ਐਡਵੋਕੇਟ ਹੋ ਤੇ ਗੱਲ ਕੀਤੀ ਜਾਵੇ ਪੰਜਾਬੀ ਸੱਭਿਆਚਾਰ ਨੂੰ ਤੁਸੀਂ ਸਾਂਭ ਕੇ ਰੱਖਿਆ ਹੋਇਆ ਹੈ, ਗਿੱਧੇ ਨੂੰ ਵੀ ਪ੍ਰਮੋਟ ਕਰਦੇ ਪਏ ਹੋ। ਸੋ ਹੁਣ ਤੁਸੀਂ ਕੈਨੇਡਾ ਵੀ ਜਾ ਰਹੇ ਹੋ। ਸੋ ਬਚਪਨ ਵਿੱਚ ਵਕੀਲ ਬਣਨ ਦਾ ਸੀਗਾ ਜਾਂ ਘਰਦਿਆਂ ਦੀ ਮਰਜ਼ੀ ਦੇ ਨਾਲ ਜਿਹੜਾ ਇਹ ਪੇਸ਼ਾ ਚੁਣਿਆ? ਸਰ ਬਚਪਨ ਤੋਂ ਮੈਂ ਵਕਾਲਤ ਦਾ ਕੁਝ ਨਹੀਂ ਸੋਚਿਆ ਸੀਗਾ। ਸ਼ੁਰੂ ਤੋਂ ਹੀ ਮੈਂ ਡਾਕਟਰ ਬਣਨਾ ਚਾਹੁੰਦੀ ਸੀ ਤੇ ਜਿਹੜੇ ਗਰੀਬ ਲੋਕ ਨੇ ਉਹਨਾਂ ਦੀ ਸੇਵਾ ਕਰਨਾ ਚਾਹੁੰਦੀ ਸੀ। ਪਰ ਇਹ ਮੇਰੇ ਪਾਪਾ ਦਾ ਸੁਪਨਾ ਸੀਗਾ ਕਿ ਮੈਂ ਇੱਕ ਵਕੀਲ ਬਣਾ, ਕਿਉਂਕਿ ਜਿੱਦਾਂ ਦਾ ਮਾਹੌਲ ਆ ਰਿਹਾ ਸੀ, ਲੜਕੀਆਂ ਦੇ ਵਿੱਚ ਗਰਡਸ ਘਟਦੇ ਸੀਗੇ ਤੇ ਉਹ ਚਾਹੁੰਦੇ ਸੀ ਕਿ ਮੇਰੀ ਬੱਟੀ ਜਿਹੜੀ ਹੈ ਉਹ ਮਤਲਬ ਗਰਡਸਫੁਲ ਹੋਵੇ। ਤੇ ਇਸ ਕਰਕੇ ਉਹਨਾਂ ਨੇ ਮੈਨੂੰ ਵਕਾਲਤ ਦਾ ਪੇਸ਼ਾ ਕਿਹਾ ਚੁਣਨ ਲਈ, ਤਾਂ ਮੈਂ ਚੁਣਿਆ ਤੇ ਮੈਂ ਕਾਮਯਾਬ ਵੀ ਹੋਈ ਹਾਂ ਜੀ। ਤੇ ਤੁਸੀਂ ਘਰਦਿਆਂ ਨੂੰ ਕਿਹਾ ਨਹੀਂ ਕਿ ਨਹੀਂ ਮੈਂ ਡਾਕਟਰ ਬਣਨਾ ਚਾਹੁੰਦੀ? ਕਿਉਂਕਿ ਜੇ ਦੇਖਿਆ ਜਾਵੇ ਕਿ ਕਈ ਵਾਰ ਕੀ ਹੁੰਦਾ ਕਿ ਫੈਮਿਲੀ ਦੇ ਵਿੱਚ ਜਿਹੜਾ ਬੱਚਾ ਜਿਹੜਾ ਕੋਈ ਮਾਪਾ ਕੰਮ ਕਰਦਾ ਹੋਵੇ ਉਹ ਬੱਚੇ ਕਰਦੇ ਨੇ, ਪਰ ਉਸ ਤੋਂ ਉਲਟ ਵੀ ਕਰਦੇ ਨੇ, ਆਪਣਾ ਇੱਕ ਵੱਖਰੀ ਲਾਈਨ ਚੁਣ ਲੈਂਦੇ ਨੇ। ਤੁਸੀਂ ਨਹੀਂ ਕਿਹਾ ਕਿ ਨਹੀਂ ਮੈਂ ਡਾਕਟਰ ਬਣਨਾ ਚਾਹੁੰਦੀ ਹਾਂ? ਸਰ ਜਿੱਦਾਂ ਮੇਰੇ ਫਾਦਰ ਜਿਹੜੇ ਨੇ ASI ਸੀਗੇ ਤੇ ਉਹ ਜਹਾਨ ਖੇਲਾਂ ਦੇ ਵਿੱਚ ਲਾਅ ਹੀ ਪੜ੍ਹਾਉਂਦੇ ਸੀਗੇ ਤੇ ਮੈਨੂੰ ਸੀਗਾ ਕਿ ਮਾਪਿਓ ਨੇ ਪਾਲਿਆ ਪੋਸਿਆ ਹੁੰਦਾ, ਉਹਨਾਂ ਦੇ ਵੀ ਸੁਪਨੇ ਹੁੰਦੇ ਆ ਤੇ ਕਿਉਂ ਨਾ ਸਾਰੇ ਬੱਚੇ ਤਾਂ ਆਪਣੀਆਂ ਮਰਜ਼ੀਆਂ ਕਰਦੇ ਨੇ ਤੇ ਇਹ ਬਾਪ ਦਾ ਸੁਪਨਾ ਜਿਹੜਾ ਮੈਂ ਸਾਕਾਰ ਕਰਾਂ। ਤੇ ਮੈਂ ਉਸ ਚੀਜ਼ ਨੂੰ ਸੋਚਦੇ ਹੋਏ ਮੈਂ ਆਪਣੇ ਪਿਤਾ ਜੀ ਦਾ ਸੁਪਨਾ ਸਾਕਾਰ ਕੀਤਾ ਤੇ ਨਾਲ ਆਪਣੇ ਸੁਪਨੇ ਦਾ ਵੀ ਜਿਹੜਾ ਆ ਉਹ ਮੋਹ ਜਿਹੜਾ ਆ ਉਹ ਤੋੜਿਆ ਨਹੀਂ ਹੈ, ਕਿਉਂਕਿ ਮੈਂ ਲਾਅ ਤੋਂ ਬਾਅਦ LLM ਮਾਸਟਰ ਡਿਗਰੀ ਕੀਤੀ ਹੈ ਲਾਅ ਦੇ ਵਿੱਚ। ਅੱਗੇ ਫਰਦਰ ਮੈਂ PhD ਕਰਨਾ ਚਾਹੁੰਦੀ ਹਾਂ। ਮੇਰੀ ਮੇਨ ਜਿਹੜੀ ਚੀਜ਼ ਸੀ ਕਿ ਮੇਰੇ ਨਾਮ ਦੇ ਅੱਗੇ ਡਾਕਟਰ ਲੱਗੇ। ਸੋ PhD ਕਰਕੇ ਮੈਂ ਜ਼ਰੂਰ ਆਪਣੇ ਨਾਮ ਦੇ ਨਾਲ ਡਾਕਟਰ ਲਗਾਵਾਂਗੀ ਤੇ ਮੇਰੇ ਦੋਨੋਂ ਸੁਪਨੇ ਜਿਹੜੇ ਨੇ ਉਹ ਸਾਕਾਰ ਹੋਏ ਨਜ਼ਰ ਆ ਰਹੇ ਨੇ ਜੀ। ਮੈਮ ਦੇਖੋ, ਜੇ ਗੱਲ ਕਰਦੇ ਹਾਂ ਕਿ ਐਡਵੋਕੇਟ ਵੀ ਚਲੋ ਪੜ੍ਹਾਈ ਕਰਕੇ ਬਣ ਜਾਂਦੇ ਨੇ, ਜੇ ਗੱਲ ਕਰੀਏ ਜਿਹੜੀ ਤੁਸੀਂ ਦੂਸਰੀ ਅਚੀਵਮੈਂਟ ਹਾਸਲ ਕੀਤੀ ਹੈ, ਫਸਟ ਰਨਰ ਅਪ ਰਹੇ ਹੋ, ਜਿਹੜੇ ਆਪਾਂ ਕਹਿ ਲਓ ਕਿ ਲਾਈਨ ਦੇ ਵਿੱਚ ਮਿਹਨਤ ਕਰਦੇ ਆ ਸਾਨੂੰ ਮਿਲਦਾ ਆ, ਪਰ ਜਿਹੜੀ ਮੇਨ ਗੱਲ ਇੱਥੇ ਕਹਿਣ ਵਾਲੀ ਹੈ ਕਿ ਤੁਸੀਂ ਪਿੰਡ ਤੋਂ ਉੱਠ ਕੇ ਇਸ ਲੈਵਲ ਤੱਕ ਪਹੁੰਚੇ ਹੋ। ਸੋ ਮੁਸ਼ਕਿਲਾਂ ਕਿੰਨੀਆਂ ਆਈਆਂ? ਸਰ ਬਹੁਤ ਸਾਰੀਆਂ ਮੁਸ਼ਕਿਲਾਂ ਆਈਆਂ। ਜਿਸ ਤਰ੍ਹਾਂ ਮੈਂ 5th ਕਲਾਸ ਤੱਕ ਤਾਂ ਪਿੰਡ 'ਚ ਹੀ ਪੜ੍ਹੀ ਹਾਂ। ਮੈਂ ਦੱਸਣਾ ਚਾਹੁੰਦੀ ਹਾਂ ਕਿ ਮੇਰਾ ਪਿੰਡ ਵੱਡੀ ਮਿਆਣੀ ਹੈ ਜੋ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਪੈਂਦਾ ਹੈ ਤੇ ਕੋਈ ਕਾਫੀ ਪਿਛੋਕੜ ਸੀਗਾ। ਪੰਜਾਬੀ ਸਕੂਲ ਦੇ ਵਿੱਚੋਂ ਪੜ੍ਹ ਕੇ ਆਉਣਾ ਤੇ ਇੱਥੇ ਆ ਕੇ ਸਿੱਧਾ CBSE ਦੇ ਨਾਲ ਅਸੀਂ ਅਟੈਚ ਹੋਣਾ, ਬਹੁਤ ਜ਼ਿਆਦਾ ਮੁਸ਼ਕਿਲਾਂ ਆਈਆਂ ਨੇ। ਪਰ
ਸਟਾਰਟਿੰਗ ਦੇ ਵਿੱਚ ਤਾਂ ਜਿੱਦਾਂ ਸਕੂਲ ਚੇਂਜ ਕੀਤਾ, ਇੱਥੇ ਦਾ ਜਿਹੜੇ ਸ਼ਹਿਰੀ ਲੋਕ ਉਹਨਾਂ ਦਾ ਰਹਿਣਾ ਸਹਿਣਾ ਹੀ ਬਹੁਤ ਡਿਫਰੈਂਟ ਹੁੰਦਾ ਹੈ। ਇਹਨਾਂ ਚੀਜ਼ਾਂ ਦੇ ਵਿੱਚ ਬਹੁਤ ਹੈਜ਼ੀਟੇਸ਼ਨ ਫੀਲ ਹੁੰਦੀ ਸੀਗੀ ਕਿ ਅਸੀਂ ਇਹਨਾਂ ਦੇ ਸਾਹਮਣੇ ਕੁਝ ਵੀ ਨਹੀਂ ਆ, ਤੇ ਕਈ ਵਾਰੀ ਮਤਲਬ ਹਿਚਕਚਾਉਣਾ ਗੱਲ ਕਰਨ ਨਾਲੋਂ ਵੀ ਕਿ ਅਗਲਾ ਬੰਦਾ ਸਾਡੇ ਨਾਲ ਗੱਲ ਕਰੇ ਨਾ ਕਰੇ ਕੋਈ ਪਤਾ ਨਹੀਂ ਹੈ। ਤੇ ਇਦਾਂ ਹੁੰਦਾ ਵੀ ਰਿਹਾ ਕਿ ਜਿਨ੍ਹਾਂ ਨੂੰ ਪਤਾ ਲੱਗਦਾ ਰਿਹਾ ਕਿ ਇਹ ਪਿੰਡ ਤੋਂ ਆਈ ਹੋਈ ਹੈ, ਉਹ ਮੋਸਟਲੀ ਮੈਂ ਇੱਕ ਅਲੱਗ ਡੈਸਕ ਤੇ ਬੈਠਦੀ ਹੁੰਦੀ ਸੀ, ਉਹ ਅਲੱਗ ਬੈਠਦੇ ਹੁੰਦੇ ਸੀ, ਤੇ ਮੈਨੂੰ ਆਪਣੇ ਆਪ 'ਚ ਗਿਲਟੀ ਮਹਿਸੂਸ ਹੁੰਦੀ ਸੀਗੀ ਕਿ ਇਹ ਵਿਤਕਰਾ ਆ। ਬਟ ਹੌਲੀ ਹੌਲੀ ਇਹ ਚੀਜ਼ਾਂ ਜਿੱਦਾਂ ਮੈਂ ਇਸ ਸਕੂਲ ਦੇ ਨਾਲ ਜੁੜੀ ਰਹੀ, 1-2 ਸਾਲ ਮੈਨੂੰ ਲੱਗਾ ਕਿ ਮੈਂ ਉਸ ਮਾਹੌਲ ਦੇ ਵਿੱਚ ਰਚਾਂ ਜਾਂ ਉਹਨਾਂ ਨੂੰ ਆਪਣੇ ਵਿੱਚ ਰਚਾਵਾਂ। ਹੌਲੀ ਹੌਲੀ ਉਹ ਚੀਜ਼ਾਂ ਵੀ ਖਤਮ ਹੁੰਦੀਆਂ ਗਈਆਂ ਜੀ। ਮੈਮ ਕਈ ਵਾਰ ਕੀ ਹੁੰਦਾ ਕਿ ਜਦੋਂ ਆਪਾਂ ਪਿੰਡ ਤੋਂ ਉੱਠ ਕੇ ਸ਼ਹਿਰ ਵੱਲ ਜਾਂਦੇ ਹਾਂ ਜਾਂ ਸ਼ਹਿਰ ਪੜ੍ਹਦੇ ਹਾਂ, ਕਈ ਵਾਰ ਕੀ ਹੁੰਦਾ ਕਿ ਨੀਵਾਂ ਵੀ ਦਿਖਾਇਆ ਜਾਂਦਾ ਹੈ। ਸੋ ਇਸ ਤਰ੍ਹਾਂ ਦਾ ਕਦੀ ਹੋਇਆ? ਹਾਂਜੀ ਸਰ, ਬਿਲਕੁਲ ਹੋਇਆ। ਮੈਂ ਇਹੀ ਗੱਲ ਤੁਹਾਡੇ ਨਾਲ ਕਰ ਰਹੀ ਹਾਂ ਕਿ ਬਹੁਤ ਵਾਰੀ ਇੱਦਾਂ ਹੋਇਆ ਕਿ ਨੀਵਾਂ ਦਿਖਾਇਆ ਗਿਆ ਕਿ ਇਹ ਪੇਂਡੂ ਜੀ ਹੈ, ਇਹਨੂੰ ਕੀ ਪਤਾ ਆ। ਜਿੱਦਾਂ ਹੁਣ ਸਾਡੇ ਸਕੂਲਾਂ ਦੇ ਵਿੱਚ ਕੋਈ ਫੈਸਟੀਵਲ ਹੋਣਾ, ਕੋਈ ਕੰਪੀਟੀਸ਼ਨ ਹੋਣੇ, ਤੇ ਕੁੜੀਆਂ ਨੇ ਮਤਲਬ ਕੋਣੀਆਂ ਮਾਰ ਦੇਣੀਆਂ ਕਿ ਇਹਨੂੰ ਪਿੱਛੇ ਕਰ ਦਿਓ, ਜਾਂ ਟੀਚਰਸ ਨੇ ਹੀ ਇਹ ਚੀਜ਼ ਦਾ ਡਿਸਕ੍ਰਿਮੀਨੇਸ਼ਨ ਕਰ ਦੇਣਾ ਕਿ ਨਹੀਂ ਇਹਨੂੰ ਨਹੀਂ ਆਉਂਦੇ ਨਾ। ਜਿੱਦਾਂ ਟੀਚਰਸ ਦੇ ਬੱਚੇ ਹੁੰਦੇ ਸੀ ਉਹਨਾਂ ਨੂੰ ਅਗਾਂਹ ਲੈ ਆਉਣਾ। ਸਟੱਡੀ ਵਿੱਚ ਵੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਰਹੀਆਂ। ਚਲੋ ਅੱਜ ਕੱਲ੍ਹ ਤਾਂ ਹਰ ਇੱਕ ਚੀਜ਼ ਜਿਹੜੀ ਹੈਗੀ ਹੈ ਉਹਦਾ ਪ੍ਰੂਫ ਐਵੀਡੈਂਸ ਮਿਲ ਜਾਂਦੀ ਹੈ ਕਿ ਕਿਸੇ ਨੂੰ ਕੋਈ ਘੱਟ ਵੱਧ ਮਾਰਕਸ ਨਹੀਂ ਮਿਲਦੇ। ਪਰ ਪਹਿਲੇ ਜਿਹੜੀ ਮੈਂ ਪੜ੍ਹਾਈ ਕੀਤੀ ਉਹਦੇ ਵਿੱਚ ਵੀ ਮੈਨੂੰ ਮਤਲਬ ਟੀਚਰਸ ਦੇ ਬੱਚਿਆਂ ਨੂੰ ਅਗਾਂਹ ਕੀਤਾ ਜਾਣਾ, ਮੈਨੂੰ ਪਿੱਛੇ ਪਾ ਦੇਣਾ, ਤੇ ਇਹ ਚੀਜ਼ਾਂ ਬਹੁਤ ਫੇਸ ਕੀਤੀਆਂ ਨੇ। ਕਈ ਵਾਰੀ ਸੋਚਦੀ ਹੁੰਦੀ ਸੀ ਕਿ ਮੈਂ ਬਹੁਤ ਵੱਡੀ ਗਲਤੀ ਕੀਤੀ ਹੈ ਕਿ ਮੈਂ ਆਪਣਾ ਪਿੰਡ ਛੱਡ ਕੇ ਆਈ ਹਾਂ। ਸਾਡੇ ਪਿੰਡ ਦੇ ਲੋਕ ਜਿਹੜੇ ਉਹ ਮਿਲਨਸਾਰ ਹੁੰਦੇ ਨੇ ਤੇ ਹਰ ਇੱਕ ਦੇ ਨਾਲ ਖੜਦੇ ਨੇ, ਪਰ ਇਦਾਂ ਦਾ ਮੈਨੂੰ 2 ਸਾਲ ਮਾਹੌਲ ਨਹੀਂ ਮਿਲਿਆ ਸੀਗਾ, ਤੇ ਕਾਫੀ ਮੈਂ ਘੁੱਟਮਈ ਜਿਹੜੀ ਜ਼ਿੰਦਗੀ ਉਹਨੂੰ ਜੀ ਹੈ ਜੀ। ਮੈਮ ਤੁਸੀਂ ਜਦੋਂ ਮੈਂ ਪਹਿਲਾਂ ਗੱਲ ਕੀਤੀ ਵਕਾਲਤ ਕਰਦੇ ਹੋ, ਕਈ ਵਾਰ ਕੀ ਹੁੰਦਾ ਕਿ ਸਾਡੇ ਸਮਾਜ ਵਿੱਚ ਕਿਹਾ ਤਾਂ ਜਾਂਦਾ ਹੈ ਕਿ ਅੱਜ ਕੱਲ੍ਹ ਜਿਹੜੀ ਔਰਤ ਹੈ ਮਰਦ ਦੇ ਮੋਢੇ ਦੇ ਨਾਲ ਮੋਢਾ ਲਾ ਕੇ ਚੱਲਦੀ ਹੈ ਤੇ ਬਰਾਬਰ ਖੜੀ ਹੈ। ਪਰ ਕਦੀ ਇਸ ਤਰ੍ਹਾਂ ਹੋਇਆ ਕਿ ਤੁਸੀਂ ਕੋਈ ਕੇਸ ਲੜ ਰਹੇ ਹੋ ਤੇ ਮੂਹਰਿਓਂ ਜਿਹੜਾ ਅਗਲਾ ਤੁਹਾਡਾ ਵਿਰੋਧੀ ਆ ਉਹ ਮਰਦ ਹੈ ਤੇ ਤੁਹਾਨੂੰ ਉੱਥੇ ਵੀ ਨੀਵਾਂ ਦਿਖਾਇਆ ਹੋਵੇ, ਤੁਹਾਨੂੰ ਨਾ ਬੋਲਣ ਦਿੱਤਾ ਹੋਵੇ? ਸਰ ਦੇਖੋ, ਕੋਈ ਵੀ ਫੀਲਡ ਹੈ, ਵਕਾਲਤ ਹੀ ਨਹੀਂ ਬਾਕੀ ਵੀ ਫੀਲਡਾਂ ਦੀ ਜੇ ਮੈਂ ਗੱਲ ਕਰਾਂ ਤੇ ਬੇਸ਼ੱਕ ਰਾਈਟਸ ਜਿਹੜੇ ਕੁੜੀਆਂ ਨੂੰ ਮਿਲੇ ਨੇ, ਬਰਾਬਰ ਦੇ ਰਾਈਟਸ ਮਿਲੇ ਨੇ, ਪਰ ਉਹ ਚੀਜ਼ਾਂ ਇਨ ਹਕੀਕਤ ਦੇ ਵਿੱਚ ਨਹੀਂ ਹੁੰਦੀਆਂ। ਠੀਕ ਹੈ, ਕੋਈ ਵੀ ਜਿਹੜਾ ਇੱਕ ਕਹਿ ਲਓ ਮੈਂਟਲ ਸਾਡੀ ਸੋਚ ਬਣ ਚੁੱਕੀ ਹੋਈ ਹੈ, ਮੈਂਟੈਲਿਟੀ ਹੈ ਮੇਲ ਪਰਸਨ ਦੀ ਕਿ ਫੀਮੇਲ ਨੂੰ ਕਦੇ ਵੀ ਅਸੀਂ ਅਗਾਂਹ ਨਹੀਂ ਜਾਣ ਦੇਣਾ। ਠੀਕ ਹੈ ਜੀ, ਹਰ ਫੈਕਲਟੀ ਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਨੇ, ਤੇ ਕਦੇ ਵੀ ਕੋਈ ਮੇਲ ਪਰਸਨ ਨਹੀਂ ਚਾਹੂਗਾ ਕਿ ਫੀਮੇਲ ਸਾਡੇ ਤੋਂ ਅਗਾਂਹ ਜਾਵੇ, ਤੇ ਇਹ ਕੋਸ਼ਿਸ਼ ਹਰ ਇੱਕ ਦੀ ਹੁੰਦੀ ਹੈ ਕਿ ਕੋਈ ਵੀ ਕੇਸ ਲੱਗਾ ਚਾਹੇ ਉਹ ਮੇਲ ਫੀਮੇਲ ਹੀ ਫੀਮੇਲ ਨੂੰ ਅੱਗੇ ਨਹੀਂ ਜਾਣ ਦੇਣਾ ਚਾਹੁੰਦੀ। ਕੋਈ ਹੋਏਗਾ ਕਿ ਜਿਹੜਾ ਇਹ ਚੀਜ਼ ਨੂੰ, ਬਟ ਜਦੋਂ ਅਸੀਂ ਅਕੈਡਮਿਕ ਲਾਈਫ ਦੀ ਗੱਲ ਕਰਦੇ ਹਾਂ ਤੇ ਬਟ ਓਬਵੀਅਸ ਕੋਈ ਨਹੀਂ ਚਾਹੇਗਾ ਕਿ ਸਾਡੇ ਤੋਂ ਅਗਾਂਹ ਕੋਈ ਜਾਵੇ, ਕਿਉਂਕਿ ਹਰ ਕੋਈ ਆਪਣੀ ਫੈਕਲਟੀ ਨੂੰ ਅੱਗੇ ਵਧਾਉਣਾ ਚਾਹੁੰਦਾ ਹੈ, ਤੇ ਹਰ ਕੋਈ ਚਾਹੁੰਦਾ ਕਿ ਕੇਸ ਸਾਡੇ ਕੋਲ, ਨੰਬਰ ਆਫ ਕੇਸਿਸ ਸਾਡੇ ਕੋਲ ਆਉਣ, ਤੇ ਇਹਨਾਂ ਚੀਜ਼ਾਂ ਵਿੱਚ ਬਹੁਤ ਸਾਰੀ ਪ੍ਰੋਬਲਮ ਹੁੰਦੀ। ਬਟ ਇਹ ਚੀਜ਼ਾਂ ਸਿਰਫ ਕੋਰਟ ਰੂਮ ਦੇ ਅੰਦਰ ਹੀ ਰਹਿ ਜਾਂਦੀਆਂ ਨੇ। ਜਿੱਦਾਂ ਹੁਣ ਕਈ ਵਾਰੀ ਸਾਡਾ ਲੜਕੀ ਦਾ ਕੇਸ ਲੱਗਾ ਹੁੰਦਾ, ਉੱਧਰ ਵੀ ਫੀਮੇਲ ਲਾਇਰ ਹੁੰਦੀ ਹੈ, ਇੱਧਰ ਵੀ ਫੀਮੇਲ ਲਾਇਰ ਹੁੰਦੀ ਆ, ਜਿਹੜੀ ਅਸੀਂ ਬਹਿਸ ਕਰਨੀ ਉਹ ਸਾਡਾ ਇੱਕ ਐਕਟ ਜਿਹੜਾ ਆ ਉਹ ਅੰਡਰ ਕੋਰਟ ਰਹਿ ਜਾਂਦਾ ਆ, ਬਾਹਰ ਰੱਖੇ ਅਸੀਂ ਐਜ਼ ਇਟ ਇਜ਼ ਫਰੈਂਡਸ ਹੁੰਦੇ ਆ। ਸੋ ਮੇਲ ਪਰਸਨ ਦੀ ਮੈਂਟੈਲਿਟੀ ਦੀ ਗੱਲ ਕਰੀਏ, ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਮੇਲ ਪਰਸਨ ਕਦੇ ਨਹੀਂ ਚਾਹੇਗਾ ਕਿ ਫੀਮੇਲ ਜਿਹੜਾ ਕਿਸੇ ਵੀ ਫੈਕਲਟੀ ਦੇ ਸਾਡੇ ਤੋਂ ਅਗਾਂਹ ਜਾਵੇ, ਤੇ ਬਹੁਤ ਵਾਰੀ ਇਹ ਪ੍ਰੋਬਲਮ ਆਈ ਹੈ ਕਿ ਬੋਲਣ ਦੀ, ਬਟ ਮੈਂ ਇਹਨਾਂ ਚੀਜ਼ਾਂ ਨੂੰ ਇਗਨੋਰ ਕਰ। ਕੋਈ ਮੈਮ ਕੋਈ ਕਿੱਸਾ ਯਾਦ ਹੋਵੇ ਤੁਹਾਨੂੰ ਕਦੀ ਕੁਛ ਇਸ ਤਰ੍ਹਾਂ ਦਾ ਕੁਝ ਹੋਇਆ ਹੋਵੇ? ਸਰ ਮੇਰੇ ਨਾਲ ਮੈਂ ਇੱਕ ਗੱਲ ਤੁਹਾਨੂੰ ਜ਼ਰੂਰ ਦੱਸਣਾ, ਮੈਂ ਕੇਸ ਦੀ ਗੱਲ ਕਰਨਾ ਚਾਹੁੰਦੀ ਹਾਂ। ਇਹਦੇ ਵਿੱਚ ਮੈਂ ਮਤਲਬ ਆਪਣੇ ਲਾਇਰ ਭਾਈਚਾਰੇ ਦੀ ਗੱਲ ਨਹੀਂ ਕਰਨਾ ਚਾਹੁੰਦੀ। ਇੱਕ ਮੇਰਾ ਕੇਸ ਸੀਗਾ, ਚੋਰੀ ਦਾ ਕੇਸ ਸੀਗਾ 379B ਦਾ। ਇੱਥੇ ਸਾਡੇ ਮਾਨਯੋਗ ਜੱਜ ਸਾਹਿਬ ਸੀਗੇ, ਮੈਂ ਉਹਨਾਂ ਦਾ ਨਾਮ ਵੀ ਨਹੀਂ ਜ਼ਿਕਰ ਕਰਨਾ ਚਾਹੁੰਦੀ, ਉਹਨਾਂ ਦੀ ਕੋਰਟ 'ਚ ਮੇਰਾ ਕੇਸ ਲੱਗਾ ਤੇ ਮੈਂ ਆ ਨਹੀਂ ਸਕੀ। ਕੁੜੀ ਵੱਲੋਂ ਕੇਸ ਪਾਇਆ ਗਿਆ, ਅਣਪਛਾਤਾ ਵਿਅਕਤੀ ਸੀਗਾ, ਬਟ ਉਹਨੇ ਜਿੱਦਾਂ ਪੁਲਿਸ ਵਾਲੇ ਆਮ ਜਿਹੜੇ ਕੇਸਿਸ ਪਏ ਹੁੰਦੇ ਉਹ ਪਾ ਦਿੰਦੇ ਆ, ਹੈ ਨਾ, ਤੇ ਉਹਨਾਂ ਨੇ ਇੱਦਾਂ ਹੀ ਕਿਸੇ ਮੁੰਡੇ ਨੂੰ 379B ਜਿਹੜਾ ਚੋਰੀ ਦਾ ਪਰਚਾ ਆ ਉਹਦੇ ਵਿੱਚ ਫਸਾ ਦਿੱਤਾ ਜੀ। ਤੇ ਕੁੜੀ ਨੇ ਬਿਆਨ ਦਿੱਤੇ, ਉਸ ਦਿਨ ਮੈਂ ਆਈ ਨਹੀਂ ਸੀ, ਮੇਰੇ ਜਿਹੜਾ ਦੋਸਤ ਭਾਈਚਾਰਾ ਸੀਗਾ ਉਹਨਾਂ ਨੇ ਮੇਰੇ ਬਿਹਾਫ ਤੇ ਉੱਥੇ ਜਾ ਕੇ ਜਿਰਾ ਕੀਤੀ, ਤਾਂ ਕੁੜੀ ਨੇ ਕਿਹਾ ਕਿ ਮੈਂ ਇਸ ਮੁੰਡੇ ਨੂੰ ਨਹੀਂ ਪਹਿਚਾਣਦੀ। ਉਹ ਕੁੜੀ ਦੀ ਮਾਂ ਕਿਤੇ ਜੱਜ ਸਾਹਿਬ ਦੇ ਘਰ ਕੰਮ ਕਰਦੀ ਸੀਗੀ, ਉਹਨੇ ਦੇਖਿਆ ਕਿ ਇਹ ਕੁੜੀ ਦਾ ਬਿਆਨ ਜਿਹੜੀ ਆਪਣੇ ਖਿਲਾਫ ਹੀ ਦੇਈ ਜਾਂਦੀ ਆ, ਉਹਨਾਂ ਨੇ ਜੀ ਕੀ ਕੀਤਾ, ਐਵੀਡੈਂਸ ਹੀ ਸਾਰੀ ਕੈਂਸਲ ਕਰਾ ਦਿੱਤੀ, ਤੇ ਇਹ ਗੱਲ ਕਹਿਤੀ ਕਿ ਜਿਹੜੇ ਮੇਨ ਲਾਇਰ ਉਹ ਆਣਗੇ ਤੇ ਆ ਕੇ ਉਹ ਬੈਂਸ ਕਰਨਗੇ ਜੀ। ਠੀਕ ਹੈ, ਮੈਨੂੰ ਬੜਾ ਫੀਲ ਹੋਇਆ ਕਿ ਲੜਕੀ ਦਾ ਕੇਸ ਜਿਹੜਾ ਇੱਥੇ ਬਿਲਕੁਲ ਖਰਾਬ ਹੋ ਗਿਆ ਸੀਗਾ। ਸਾਡਾ ਮੁੰਡਾ ਬਰੀ ਹੋਣਾ ਚਾਹੁੰਦਾ ਸੀਗਾ, ਹੋ ਜਾਣਾ ਸੀਗਾ ਜੋ ਉਹਦੀ ਐਵੀਡੈਂਸ ਸੀਗੀ। ਮੇਨ ਚੀਜ਼ ਉਹਨੇ ਇਹੀ ਗੱਲ ਕਹਿਤੀ ਕਿ ਮੈਂ ਉਹ ਮੁੰਡਾ ਹੀ ਹੈ ਨਹੀਂ ਜਿਹਨੇ ਮੇਰਾ ਫੋਨ ਖੋਇਆ ਆ, ਤੇ ਗੱਲ ਉੱਥੇ ਹੀ ਖਤਮ ਹੋ ਜਾਂਦੀ ਸੀ। ਪਰ ਮੈਂ ਉਹੀ ਕਹਿੰਦੀ ਹਾਂ ਕਿ ਅਗਰ ਆਪਾਂ ਜੱਜ ਵੀ ਬਣਦੇ ਆ, ਜੱਜਮੈਂਟ ਦੇਣ ਬੈਠਦੇ ਆ, ਸਾਨੂੰ ਐਟਲੀਸਟ ਜੇ ਦੁਨੀਆਦਾਰੀ ਦਾ ਨਹੀਂ ਤਾਂ ਰੱਬ ਦਾ ਖਿਆਲ ਜ਼ਰੂਰ ਰੱਖਣਾ ਚਾਹੀਦਾ ਕਿ ਤੁਸੀਂ ਕਿਸੇ ਗਰੀਬ ਨਾਲ ਧੱਕਾ ਕਰ ਰਹੇ ਹੋ। ਤੇ ਉਹਨਾਂ ਨੇ ਦੁਬਾਰਾ ਜਦੋਂ ਮੇਰੇ ਕੋਲੋਂ ਐਵੀਡੈਂਸ ਲਈ, ਬਟ ਓਬਵੀਅਸ ਉਹ ਕੁੜੀ ਨੂੰ ਸਿਖਾਇਆ ਗਿਆ ਕਿ ਤੂੰ ਇਹੀ ਗੱਲ ਕਹਿਣੀ ਕਿ ਇਹੀ ਮੁੰਡਾ ਹੈ, ਤੂੰ ਉਸ ਮੁੰਡੇ ਨੂੰ ਜਦੋਂ ਸਜ਼ਾ ਦਿੱਤੀ ਗਈ ਮੈਨੂੰ ਬਹੁਤ ਦੁੱਖ ਹੋਇਆ ਕਿ ਜੋ ਕਿ ਬੇਕਸੂਰ ਸੀਗਾ। ਸੋ ਇਹਨਾਂ ਚੀਜ਼ਾਂ ਕਰਕੇ ਮੈਂ ਚਾਹੁੰਦੀ ਹਾਂ ਕਿ ਮੈਂ ਖੁਦ ਇੱਕ ਮਤਲਬ ਜੱਜ ਬਣਾ, ਤੇ ਇਹਨਾਂ ਚੀਜ਼ਾਂ ਦੇ ਵਿੱਚ ਜਿਹੜੇ ਲੋਕ ਫਸਾਉਂਦੇ ਇੱਕ ਦੂਸਰੇ ਨੂੰ
ਉਹ ਚੀਜ਼ਾਂ ਖਤਮ ਕਰਾਂ ਜੀ ਮੈਮ ਹੁਣ ਗੱਲ ਕਰਦੇ ਆ ਪੰਜਾਬੀ ਸੱਭਿਆਚਾਰ ਦੀ। ਸੋ ਤੁਸੀਂ ਹੁਣ ਕੈਨੇਡਾ ਵਿੱਚ ਦਾ ਪਹਿਲਾਂ ਗੱਲ ਕੀਤੀ ਜਾ ਰਹੇ ਹੋ, ਤੇ ਜਦੋਂ ਤੁਸੀਂ ਫੈਮਿਲੀ ਨੂੰ ਦੱਸਿਆ ਕਿ ਮੈਂ ਇਸ ਲਾਈਨ ਵੱਲ ਵੀ ਤੁਰਨਾ ਚਾਹੁੰਦੀ ਆ, ਸੋ ਫੈਮਿਲੀ ਨੇ ਵਿਰੋਧ ਕੀਤਾ ਜਾਂ ਸਹਿਮਤੀ ਜਤਾਈ ਜਾਂ ਕਿਸ ਤਰ੍ਹਾਂ ਕੀਤਾ? ਸਰ ਮੈਂ ਸੱਭਿਆਚਾਰ ਨਾਲ ਆਪਣੇ ਬਚਪਨ ਤੋਂ ਹੀ ਜੁੜੀ ਹਾਂ। ਸਕੂਲ ਟਾਈਮ ਦੇ ਵਿੱਚ ਜਦੋਂ ਮੈਂ ਪਿੰਡ 'ਚ ਵੀ ਰਹਿੰਦੀ ਸੀਗੀ, ਉਦੋਂ ਵੀ ਗਿੱਧਾ ਭੰਗੜਾ ਮੇਰਾ ਲਗਾਵ ਸੀਗਾ। ਬੇਸ਼ੱਕ ਮੇਰੇ ਜਿਹੜੇ ਮਾਪਿਓ ਨੇ ਉਹ ਇਹਨਾਂ ਚੀਜ਼ਾਂ ਨੂੰ ਪਸੰਦ ਨਹੀਂ ਕਰਦੇ ਸੀ, ਉਹ ਕੰਜਰੀਆਂ ਦਾ ਨਾਚ ਕਹਿ ਕੇ ਮੈਨੂੰ ਦੁਦਕਾਰਦੇ ਸੀਗੇ, ਪਰ ਮੈਂ ਆਪਣੇ ਮਾਂ ਬੋਲੀ ਪੰਜਾਬੀ ਨਾਲ ਸ਼ੁਰੂ ਤੋਂ ਜੁੜੀ ਰਹੀ ਹਾਂ। ਕਈ ਵਾਰੀ ਤਾਂ ਇੱਥੋਂ ਘਰੋਂ ਜਾਣਾ, ਚੋਰੀ ਚੋਰੀ ਬੈਗ 'ਚ ਕੱਪੜੇ ਪਾ ਕੇ ਲੈ ਕੇ ਜਾਣੇ, ਉੱਥੇ ਪਰਫਾਰਮੈਂਸ ਕਰਨੀਆਂ, ਆ ਕੇ ਕੁੱਟ ਵੀ ਖਾਧੀ ਹੈ ਜੇ ਕਿਸੇ ਨੇ ਦੱਸ ਦੇਣਾ ਕਿ ਅੱਜ ਤੁਹਾਡੀ ਕੁੜੀ ਨੇ ਉੱਥੇ ਭੰਗੜਾ ਪਾਇਆ। ਬਹੁਤ ਕੁੱਟ ਖਾਧੀ ਇਸ ਚੀਜ਼ ਪਿੱਛੇ, ਪਰ ਮੈਂ ਆਪਣੇ ਸੱਭਿਆਚਾਰ ਤੋਂ ਪਿੱਛੇ ਹਟੀ ਨਹੀਂ। ਮੈਂ ਮਾਣ ਮਹਿਸੂਸ ਕਰਦੀ ਹਾਂ, ਮੈਂ ਇੱਕ ਪੰਜਾਬਣ ਹਾਂ, ਆਪਣੀ ਮਾਂ ਬੋਲੀ ਨਾਲ ਜੁੜੀ ਹੋਈ ਹਾਂ। ਤੇ ਇਹ ਮਤਲਬ ਜਿਹੜੀ ਸੱਭਿਆਚਾਰ ਹੈ ਇਹ ਰੋਮ ਰੋਮ 'ਚ ਵਸੀ ਹੋਈ ਹੈ ਸਰ। ਇਹ ਚੀਜ਼ ਮੈਂ ਕਦੇ ਇਸ ਚੀਜ਼ ਨੂੰ ਡਿਸਾਈਡ ਹੀ ਨਹੀਂ ਕੀਤਾ, ਜਾਂ ਮੇਰੇ ਅੱਗੇ ਕੋਈ ਇੱਦਾਂ ਦਾ ਮੁਕਾਮ ਹੀ ਨਹੀਂ ਆਇਆ ਕਿ ਮੈਂ ਜਿੱਥੇ ਕਹਾਂ ਕਿ ਮੈਨੂੰ ਇੱਕ ਕੰਪਰੋਮਾਈਜ਼ ਕਰਨਾ ਪੈਣਾ, ਜਾਂ ਵਕਾਲਤ ਚੁਣਨੀ ਪੈਣੀ, ਜਾਂ ਸੱਭਿਆਚਾਰ ਚੁਣਨਾ ਪੈਣਾ। ਨਹੀਂ, ਇਹ ਪਰਮਾਤਮਾ ਦੀ ਇੱਕ ਦੇਣ ਹੈ ਕਿ ਮੈਨੂੰ ਜਿੱਥੇ ਜਿੱਥੇ ਓਪਰਚੁਨਿਟੀਜ਼ ਮਿਲਦੀਆਂ ਰਹੀਆਂ ਨੇ, ਮੈਂ ਆਪਣੇ ਆਪ ਨੂੰ ਰੂਬਰੂ ਕੀਤਾ ਆਪਣੀ ਪੰਜਾਬੀ ਮਾਂ ਬੋਲੀ ਦੇ ਨਾਲ, ਤੇ ਅਗਾਂਹ ਵੀ ਕਰਦੀ ਰਵਾਂਗੀ। ਬੇਸ਼ੱਕ ਮੈਂ ਜੁਡੀਸ਼ੀਅਲ ਆਫੀਸਰ ਵੀ ਬਣ ਜਾਵਾਂਗੀ, ਤਾਂ ਵੀ ਮੈਂ ਆਪਣੇ ਸੱਭਿਆਚਾਰ ਦੇ ਨਾਲ ਇੱਦਾਂ ਹੀ ਜੁੜ ਕੇ ਰਹਿਣਾ ਚਾਹੁੰਦੀ ਹਾਂ ਜੀ। ਤੇ ਮੈਮ ਹੁਣ ਗੱਲ ਕਰਦੇ ਹਾਂ, ਜਦੋਂ ਪਹਿਲੀ ਵਾਰ ਤੁਸੀਂ ਫਸਟ ਰਨਰ ਅਪ ਰਹੇ ਆ ਮਿਸਿਸ ਪੰਜਾਬਣ ਦੇ, ਤੇ ਪਰਿਵਾਰ ਤਾਂ ਪਹਿਲਾਂ ਵਿਰੋਧ ਕਰਦਾ ਹੁੰਦਾ ਸੀਗਾ ਕਿ ਇਹ ਕੰਜਰੀਆਂ ਦਾ ਨਾਚ ਜਾਂ ਕੰਜਰਾਂ ਦਾ ਨਾਚ ਹੈ, ਤੇ ਉਸ ਤੋਂ ਬਾਅਦ ਜਦੋਂ ਤੁਸੀਂ ਉਹ ਚੀਜ਼ ਹਾਸਲ ਕੀਤੀ, ਸੋ ਪਰਿਵਾਰ ਦਾ ਕੀ ਰਿਐਕਸ਼ਨ ਸੀ ਉਸ ਵੇਲੇ? ਸਰ ਬਹੁਤ ਵਧੀਆ। ਜਿਹੜੇ ਲੋਕ ਮਤਲਬ ਮੈਨੂੰ ਕਹਿੰਦੇ ਸੀ ਤੂੰ ਇਹ ਕੰਮ ਕਰਨ ਚੱਲੀ, ਇੱਦਾਂ ਉੱਦਾਂ ਨੱਚਣਾ ਟੱਪਣਾ, ਇੱਕ ਮਤਲਬ ਇੱਦਾਂ ਕੰਜਰਾਂ ਦਾ ਕੰਮ ਹੈਗਾ, ਤੇ ਜਦੋਂ ਮੇਰਾ ਨਾਮ ਹੋਇਆ, ਮੇਰੀਆਂ ਅਖਬਾਰਾਂ 'ਚ ਫੋਟੋਆਂ ਆਈਆਂ, YouTube ਤੇ ਪਿਆ, ਸਾਰਾ ਕੁਝ ਚੱਲਿਆ, ਤੇ ਉਹੀ ਮੇਰੇ ਰਿਲੇਟਿਵ, ਉਹੀ ਮੇਰੇ ਮਾਪਿਓ ਕਹਿਣ ਲੱਗ ਪਏ ਕਿ ਸਾਡੀ ਕੁੜੀ ਪੰਜਾਬਣ ਦਾ ਖਿਤਾਬ ਜਿੱਤ ਕੇ ਆਈ ਹੈ। ਤੇ ਮੈਨੂੰ ਇੱਕ ਇਸ ਟਾਈਟਲ ਦੇ ਨਾਲ ਮੇਰੀ ਕਚਹਿਰੀ ਦੇ ਵਿੱਚ ਵੀ ਜਾਣਿਆ ਜਾਂਦਾ ਹੈ ਕਿ ਸਾਡੀ ਪੰਜਾਬਣ ਹੈਗੀ ਹੈ, ਤੇ ਉਹ ਵੀ ਬਹੁਤ ਪ੍ਰਾਊਡ ਫੀਲ ਕਰਦੇ ਨੇ ਕਿ ਸਾਡਾ ਇੱਕ ਮੈਂਬਰ, ਇੱਕ ਲਾਇਰ ਹੋਣ ਦੇ ਨਾਤੇ ਇਸ ਅਕੈਡਮਿਕ ਲਾਈਫ ਦੇ ਨਾਲ ਇੱਕ ਸੱਭਿਆਚਾਰਿਕ ਲਾਈਫ ਦੇ ਨਾਲ ਵੀ ਜੁੜਿਆ ਹੋਇਆ ਹੈ ਜੀ। ਮੈਮ ਹੁਣ ਉਸ ਤੋਂ ਬਾਅਦ ਗੱਲ ਕਰਦੇ ਹਾਂ ਕਿ ਚਲੋ ਪਰਿਵਾਰ ਕਿਤੇ ਨਾ ਕਿਤੇ ਜੇ ਸਾਡਾ ਵਿਰੋਧ ਵੀ ਕਰਦਾ ਤਾਂ ਕਿਤੇ ਨਾ ਕਿਤੇ ਸਾਡਾ ਸਾਥ ਵੀ ਦਿੰਦਾ ਹੈ, ਪਰ ਜਿਹੜੇ ਲੋਕ ਹੁੰਦੇ ਨੇ ਉਹ ਲੱਤਾਂ ਖਿੱਚਦੇ ਨੇ ਕਿ ਇਸ ਤਰ੍ਹਾਂ ਨਹੀਂ ਕਰਨਾ। ਜੇ ਰਿਸ਼ਤੇਦਾਰਾਂ ਦੀ ਵੀ ਗੱਲ ਕੀਤੀ ਜਾਵੇ, ਸੋ ਰਿਸ਼ਤੇਦਾਰਾਂ ਵੱਲੋਂ ਕੀ ਰਿਐਕਸ਼ਨ ਸੀ? ਸਰ ਪਹਿਲੇ ਤਾਂ ਮੈਨੂੰ ਸ਼ੁਰੂ ਤੋਂ ਹੀ ਮਤਲਬ ਰਿਸ਼ਤੇਦਾਰਾਂ ਨੇ ਇਹੀ ਚੀਜ਼ ਰੱਖੀ ਹੈ ਕਿ ਕੁੜੀ ਹੈ, ਪਹਿਲੀ ਗੱਲ ਕੁੜੀ ਹੈ, ਕੁੜੀ ਨੂੰ ਬਸ ਪੜ੍ਹਾਓ ਲਿਖਾਓ, ਜਿੰਨਾ ਪੜ੍ਹੇ ਲਿਖਣ ਦਾ ਉਮਰ ਦੇਖੋ ਤੇ ਇਹਦਾ ਵਿਆਹ ਕਰ ਦਿਓ। ਬਹੁਤ ਕੋਸ਼ਿਸ਼ ਕੀਤੀ ਕਿ ਮੇਰੀ ਬਚਪਨ ਉਮਰ ਵਿੱਚ 18 ਸਾਲ ਦੀ ਉਮਰ ਵਿੱਚ ਹੀ ਵਿਆਹ ਕਰ ਦਿੱਤਾ ਜਾਵੇ। ਬਹੁਤ ਸਾਰੇ ਰਿਸ਼ਤੇ ਜਿਹੜੇ ਮੈਂ ਮੋੜੇ, ਮੈਂ ਇਹੀ ਗੱਲ ਕਹਿੰਦੀ ਰਹੀ ਹਾਂ ਕਿ ਨਹੀਂ, ਮੈਨੂੰ ਪੜ੍ਹਨਾ ਹੈ, ਪੜ੍ਹ ਕੇ ਕੁਝ ਬਣਨਾ ਹੈ। ਬਟ ਉਹ ਚਲੋ ਵਾਹਿਗੁਰੂ ਦੀ ਕਿਰਪਾ ਰਹੀ ਹੈ ਕਿ ਇਸ ਚੀਜ਼ ਦੇ ਵਿੱਚ ਮੇਰਾ ਪੈਰੈਂਟਸ ਨੇ ਮੇਰਾ ਸਾਥ ਦਿੱਤਾ ਕਿ ਮੈਂ ਵਕਾਲਤ ਕੀਤੀ ਹੈ, ਤੇ ਉਸ ਤੋਂ ਬਾਅਦ ਮੈਂ ਆਪਣੀ ਮੈਰਿਜ ਬਾਰੇ ਸੋਚ ਰਹੀ ਹਾਂ। ਤੇ ਇਸ ਕਰਕੇ ਸਰ ਮੈਂ ਹੀ ਕਹਾਂਗੀ ਕਿ ਲੋਕਾਂ ਦੀ ਅਗਰ ਆਪਾਂ ਸੁਣਦੇ, ਲੋਕ ਕਦੇ ਨਹੀਂ ਚਾਹਣਗੇ ਕਿ ਕੋਈ ਵੀ ਜਿਹੜਾ ਆ ਉਹ ਸਿਖਰਾਂ ਤੇ ਪਹੁੰਚੇ, ਹਮੇਸ਼ਾ ਲੱਤਾਂ ਖਿੱਚਣਗੇ। ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਆਪਣੇ ਦੇ ਵਿੱਚ ਬਲ ਰੱਖੋ, ਬਲ ਦੇ ਉੱਪਰ ਆਪਣਾ ਸਾਰਾ ਕੰਮ ਕਰੋ, ਕਰਮ ਸਾਫ਼ ਰੱਖੋ, ਕਿਸੇ ਤੋਂ ਡਰਨ ਦੀ ਲੋੜ ਨਹੀਂ ਹੈ। ਕੀ ਬਾਤ ਹੈ ਮੈਮ। ਸੋ ਸਮਾਂ ਸਾਡੇ ਤੋਂ ਬਹੁਤ ਘੱਟ ਹੈ, ਤੇ ਜਾਂਦੇ ਜਾਂਦੇ ਸਾਡੀਆਂ ਜੋ ਆਉਣ ਵਾਲੀਆਂ ਕੁੜੀਆਂ ਨੇ, ਜੋ ਆਉਣ ਵਾਲੀ ਜਨਰੇਸ਼ਨ ਨੇ, ਜੋ ਸਾਡੀਆਂ ਧੀਆਂ ਨੇ, ਉਹਨਾਂ ਵਾਸਤੇ ਤੁਸੀਂ ਇੱਕ ਮਿਸਾਲ ਕਾਇਮ ਕੀਤੀ, ਤੇ ਉਹਨਾਂ ਵਾਸਤੇ ਇੱਕ ਮੈਸੇਜ ਵੀ ਦਿਓ ਜੀ। ਮੈਂ ਸਾਰੀਆਂ ਕੁੜੀਆਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ, ਵੈਸਟਰਨ ਪਾਉਣਾ ਤੇ ਸੱਭਿਆਚਾਰਕ ਰਹਿਣਾ, ਇਹਦੇ ਵਿੱਚ ਮੈਂ ਕੋਈ ਮਤਲਬ ਭੇਦਭਾਵ ਨਹੀਂ ਕਰਦੀ ਹਾਂ। ਸੱਭਿਆਚਾਰਿਕ ਦੇ ਵਿੱਚ ਇਹ ਕਿ ਸਾਡਾ ਪਹਿਰਾਵਾ ਇੱਕ ਪੰਜਾਬੀਅਤ ਹੁੰਦਾ, ਜੋ ਕਿ ਜਿਹੜੀਆਂ ਲੋਕਾਂ ਦੀਆਂ ਨਜ਼ਰਾਂ ਨੇ ਉਹ ਸਾਡੇ ਉੱਤੇ ਕੁਰੈਤ ਨਹੀਂ ਪੈਂਦੀਆਂ। ਅਸੀਂ ਅਗਰ ਵੈਸਟਰਨ ਵੀ ਪਾਉਂਦੇ ਹਾਂ ਤੇ ਉਸ ਤਰ੍ਹਾਂ ਦਾ ਪਾਈਏ ਜਿਸ ਨਾਲ ਸਾਡਾ ਨੰਗੇਜ਼ ਨਾ ਹੋਵੇ, ਠੀਕ ਹੈ ਜੀ। ਵੈਸਟਰਨ ਪਾਉਣਾ ਕੋਈ ਮਾੜੀ ਗੱਲ ਨਹੀਂ ਹੈ, ਕਿਉਂਕਿ ਜਿਸ ਆਦਮੀ ਦੀ ਅੱਖ ਗਲਤ ਹੈ ਜਾਂ ਦੇਖਣੀ ਗਲਤ ਹੈ, ਉਹਨੇ ਕੱਪੜਿਆਂ 'ਚ ਵੀ ਗਲਤ ਦੇਖਣਾ, ਚਾਹੇ ਪੂਰੇ ਪਾਏ ਨੇ ਚਾਹੇ ਘੱਟ ਪਾਏ ਨੇ। ਤੇ ਮੈਨੂੰ ਇਹਨਾਂ ਚੀਜ਼ਾਂ ਨਾਲ ਨਹੀਂ ਹੈ, ਇੱਕ ਮਤਲਬ ਫੈਮਿਲੀ ਦੇ ਮਾਹੌਲ ਦੇ ਵਿੱਚ ਜੋ ਪਾਇਆ ਚੰਗਾ ਲੱਗਦਾ ਹੈ। ਇੱਕ ਕਹਿੰਦੇ ਨਾ, ਮਨ ਭਾਉਂਦਾ ਖਾਓ ਤੇ ਜੱਗ ਭਾਉਂਦਾ ਪਾਓ, ਉਹੀ ਚੀਜ਼ ਸਾਨੂੰ ਕਰਨੀ ਚਾਹੀਦੀ ਹੈ। ਦੂਸਰਾ ਮੈਸੇਜ ਮੈਂ ਕੁੜੀਆਂ ਨੂੰ ਇਹ ਦੇਣਾ ਚਾਹੁੰਦੀ ਹਾਂ, ਜੇ ਮਾਪਿਓ ਤੁਹਾਡੇ 'ਤੇ ਟਰਸਟ ਕਰਕੇ ਤੁਹਾਨੂੰ ਕਿਸੇ ਚੀਜ਼ ਲਈ ਵੀ ਫਰੀडम ਦਿੰਦੇ ਨੇ, ਉਹਨਾਂ ਦੇ ਟਰਸਟ ਨੂੰ ਨਾ ਤੋੜੋ, ਆਪਣੇ ਮਾਪਿਓ ਦੀ ਮੰਨੋ ਤੇ ਆਪਣੇ ਹਰ ਕਰਮ ਨੂੰ ਜਿਹੜਾ ਸਾਫ਼ ਸੁਥਰਾ ਕਰੋ ਜੀ। ਬਹੁਤ ਬਹੁਤ ਸ਼ੁਕਰੀਆ ਮੈਮ, ਕੀਮਤੀ ਸਮਾਂ ਦੇਣ ਵਾਸਤੇ ਤੇ ਗੱਲਬਾਤ ਕਰਨ ਵਾਸਤੇ। ਸੋ ਇਸ ਦੇ ਨਾਲ ਸਾਡਾ ਪ੍ਰੋਗਰਾਮ ਇੱਥੇ ਖਤਮ ਹੁੰਦਾ ਹੈ। ਅਗਲੀ ਵਾਰ ਇੱਕ ਨਵੇਂ ਚਿਹਰੇ ਦੇ ਨਾਲ ਰੂਬਰੂ ਹੋਵਾਂਗੇ। ਉਦੋਂ ਤੱਕ ਲਈ ਸਾਡਾ ਚੈਨਲ ਦੇਖਦੇ ਰਹੋ, ਪ੍ਰੋ ਸੁਨੇਹਾ ਟੀਵੀ। ਸਤਿ ਸ਼੍ਰੀ ਅਕਾਲ।